Hello friends, welcome to Level Up Learning. Today we will discuss introduction part of writing task 2 because so many students have problem to start with an essay because they don't know where to start because they sometimes have some confusion that how they could start their essay so that it would be an appealing for the examiner. So I have taken an example for you and we will discuss that how to compose it properly, because if we give an effective introduction, the overall essay scores very good bands for the candidates. So the topic I have taken here is, some people think that the teenage years are the happiest times of most people's lives. Others think that adult life brings more happiness. In spite of greater responsibilities on them. Discuss both these views and give your own opinion. So the topic is clear. They ask कि some people think that कि कुछ लोग सोचते हैं कि ਜਿਹੜੇ teenager years ਆ ਉਹ ਬਹੁਤ ਹੀ ਹੈਪੀਐਸਟ ਟਾਈਮ ਹੁੰਦੇ ਬਿਕੋਜ਼ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ। ਐਜ਼ ਟੀਨੇਜਰਸ ਨੂੰ ਕੋਈ ਲਿਵਲੀਹੁੱਡ ਦੀਆਂ ਅਰਨਿੰਗ ਦੀਆਂ ਕੋਈ ਵਰੀਜ਼ ਨਹੀਂ ਹੁੰਦੀਆਂ ਬਿਕੋਜ਼ ਦੇ ਜਸਟ ਆਰ ਫ੍ਰੀ ਟੂ ਸਪੈਂਡ ਦੇਅਰ ਲਿਵਿੰਗ ਵਿਦ ਦੇਅਰ ਫਰੈਂਡਸ ਐਂਡ ਦੇਅਰ ਫੈਮਿਲੀ। But others think that adult life bring more happiness in spite of greater responsibilities. But ਕਈ ਸੋਚਦੇ ਆ ਕਿ ਜਿਹੜੇ ਅਡਲਟ ਪੀਪਲ ਆ ਉਹਨਾਂ ਦੀ ਲਾਈਫ ਜਿਹੜੀ ਆ ਜ਼ਿਆਦਾ ਹੈਪੀ ਹੁੰਦੀ ਆ ਕਿਉਂਕਿ ਉਹਨਾਂ ਨੂੰ ਫਰੀਡਮ ਹੁੰਦੀ ਆ। ਦੇ ਕੈਨ ਬਾਏ ਆਪਣੇ ਜੋ ਵੀ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਉਹ ਖਰੀਦ ਸਕਦੇ ਆ। ਸੋ ਮੈਨੀ ਰੀਜ਼ਨਸ ਕਿਉਂਕਿ ਉਹਨਾਂ ਨੂੰ ਫਰੀਡਮ ਹੁੰਦੀ ਆ। ਆਪਾਂ ਇਹਨਾਂ ਨੂੰ ਬੋਥ ਵਿਊਜ਼ ਨੂੰ ਆਪਾਂ ਡਿਸਕਸ ਕਰਨਾ ਆ। ਡਿਸਕਸ ਬੋਥ ਥੀਸ ਵਿਊਜ਼ ਐਂਡ ਗਿਵ ਯੋਰ ਓਨ ਓਪੀਨੀਅਨ। ਅਤੇ ਆਪਾਂ ਇਹਦੇ ਵਿੱਚ ਆਪਣਾ ਵਿਊ ਦੇਣਾ ਆ ਕਿ ਆਪਾਂ ਕਿਹਦੇ ਨਾਲ ਐਗਰੀ ਕਰਦੇ ਹਾਂ ਕਿ ਟੀਨੇਜ ਲਾਈਫ ਵਧੀਆ ਜਾਂ ਐਡਲਟਹੁੱਡ ਲਾਈਫ ਵਧੀਆ। ਇਫ we have related with and we have thinking that both the living phases are good and happiest for the people, then we can give here a partial statement। ਆਪਾਂ ਇੱਥੇ ਇੱਕ partial statement ਵੀ ਦੇ ਸਕਦੇ ਹਾਂ ਜਿਹਦੇ 'ਚ ਆਪਾਂ ਦੋਨਾਂ ਨੂੰ beneficial show ਕਰ ਸਕਦੇ ਹਾਂ, right? So the introduction I have comprised over here is, adolescent phase of life is considered most contented ਹੁੰਦਾ happy by a number of people। ਬਹੁਤ ਸਾਰੇ ਲੋਕਾਂ ਵੱਲੋਂ ਜਿਹੜਾ ਐਡੋਲੈਸੈਂਟ ਮਤਲਬ ਟੀਨੇਜ ਫੇਜ਼ ਆ ਉਹਨੂੰ ਹੈਪੀਐਸਟ ਜਾਂ ਬਹੁਤ ਵਧੀਆ ਲਾਈਫ ਦਾ ਫੇਜ਼ ਕਿਹਾ ਜਾਂਦਾ ਆ। ਵਾਈਲ ਅਦਰਸ ਓਪਾਈਨ ਮਤਲਬ ਦੂਸਰਿਆਂ ਦਾ ਕੀ ਓਪੀਨੀਅਨ ਆ, ਕੀ ਵਿਊ ਆ, ਦੈਟ ਐਡਲਟਹੁੱਡ ਇਜ਼ ਦਾ ਫੋਰਚੂਨੇਟ ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖੁਸ਼ਕਿਸਮਤੀ ਵਾਲਾ ਟਾਈਮ, ਪਾਰਟ ਆਫ ਐਨ ਇੰਡੀਵਿਜੂਅਲਸ ਐਗਜ਼ਿਸਟੈਂਸ। ਹਿਊਮਨ ਲਾਈਫ ਦਾ ਜਿਹੜਾ ਵਧੀਆ ਪਾਰਟ ਹੈਗਾ ਆ। ਕੁਛ ਲੋਕ ਇਹ ਸੋਚਦੇ ਆ ਕਿ ਐਡਲਟਹੁੱਡ ਆ ਵੇਅਰ ਟੀਨੇਜਰਸ ਆਰ ਫ੍ਰੀ ਫਰੋਮ ਰਿਸਪੋਂਸੀਬਿਲਿਟੀਜ਼। ਇੱਥੇ ਉਹਨਾਂ ਨੂੰ ਰੀਜ਼ਨ ਦਿੱਤੇ ਆ ਇੰਟਰੋਡਕਸ਼ਨ ਦੇ ਵਿੱਚ ਆਪਾਂ ਕਿ ਜਿੱਥੇ ਟੀਨੇਜਰ ਜਿਹੜੇ ਆ ਉਹ ਰਿਸਪੋਂਸੀਬਿਲਿਟੀਜ਼ ਤੋਂ ਟੋਟਲੀ ਫ੍ਰੀ ਹੁੰਦੇ ਆ। ਉਹਨਾਂ ਨੂੰ ਕੋਈ ਅਰਨਿੰਗ ਦੀ ਜਾਂ ਕੋਈ ਵੀ ਹੋਰ ਵਰੀਜ਼ ਨਹੀਂ ਹੁੰਦੀਆਂ। ਉਹਨਾਂ ਨੇ ਕੋਈ ਬਿੱਲ ਪੇ ਨਹੀਂ ਕਰਨੇ ਹੁੰਦੇ। ਉਹਨਾਂ ਨੇ ਜਸਟ ਪੇਰੈਂਟਸ ਤੋਂ ਮਨੀ ਲੈਣੀ ਆ ਅਤੇ ਉਹਨੂੰ ਸਪੈਂਡ ਕਰਨਾ ਹੁੰਦਾ। ਇਸ ਤਰ੍ਹਾਂ ਦੇ ਰੀਜ਼ਨ ਆਪਾਂ ਅੱਛੀ ਤਰ੍ਹਾਂ ਨਾਲ ਜਾਣਦੇ ਹਾਂ। ਔਨ ਦਾ ਅਦਰ ਹੈਂਡ ਅਡਲਟਸ ਆਰ ਇੰਡੀਪੈਂਡੈਂਟ ਟੂ ਫੁਲਫਿਲ ਦੇਅਰ ਡਿਜ਼ਾਇਰਸ ਵਿਦ ਦੇਅਰ ਓਨ ਰੈਵਨਿਊ ਇੱਥੇ ਆ ਇਨਕਮ। ਅਤੇ ਉਹਦੇ ਤੋਂ ਉਲਟਾ ਕੀ ਆ, ਐਡਲਟਸ ਨੂੰ ਕਾਹਦੀ ਫਰੀਡਮ ਹੁੰਦੀ ਆ, ਉਹਨਾਂ ਨੂੰ ਆਪਣੀਆਂ ਲੋੜਾਂ ਨੂੰ ਉਹ ਪੂਰਾ ਕਰ ਸਕਦੇ ਆ ਕਿਉਂਕਿ ਕਈ ਵਾਰ ਟੀਨੇਜਰਸ ਹੁੰਦੇ ਆ
ਉਹਨਾਂ ਦੀਆਂ ਕੋਈ ਚੀਜ਼ਾਂ ਰਹਿ ਜਾਂਦੀਆਂ, ਉਹਨਾਂ ਨੂੰ ਕਈ ਵਾਰ ਪ੍ਰੋਪਰ ਪਾਕਟ ਮਨੀ ਨਹੀਂ ਮਿਲਦੀ, ਇਹਦਾ ਡਰਾਬੈਕ ਹੋ ਜਾਂਦਾ ਆ ਕਿ ਉਹ ਕਈ ਚੀਜ਼ਾਂ ਵਾਸਤੇ ਸੋਚਦੇ ਰਹਿੰਦੇ ਆ ਕਿ ਬਾਕੀ ਬੱਚੇ ਆਹ ਚੀਜ਼ ਇੰਜੋਏ ਕਰ ਰਹੇ ਆ ਤਾਂ ਅਸੀਂ ਨਹੀਂ ਕਰ ਰਹੇ। ਲੇਕਿਨ ਅਡਲਟਹੁੱਡ ਦੇ ਵਿੱਚ ਜੇ ਕੋਈ ਬੰਦਾ ਅਰਨਿੰਗ ਕਰ ਰਿਹਾ ਆ ਪਰਸਨ, ਤਾਂ ਉਹ ਆਪਣੀਆਂ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਆਪਣੇ ਅਕੋਰਡਿੰਗ ਪੂਰਾ ਕਰ ਸਕਦਾ, ਉਹਨੂੰ ਕਿਸੇ ਹੋਰ ਵੱਲ ਨਹੀਂ ਦੇਖਣਾ ਪੈਂਦਾ। ਸੋ ਇਹਦੇ ਵਿੱਚ ਓਪੀਨੀਅਨ ਕੀ ਦਿੱਤਾ ਆ, ਇਨ ਮਾਈ ਪਰਸੈਪਸ਼ਨ ਕੀ ਆ, ਬੋਥ ਆਫ ਦ ਟਾਈਮ ਪੀਰੀਅਡਸ ਹੈਵ ਦੇਅਰ ਐਸੈਟਸ ਐਂਡ ਲਾਇਬਿਲਿਟੀਜ਼। ਇੱਥੇ ਐਸੈਟਸ ਐਂਡ ਲਾਇਬਿਲਿਟੀਜ਼ ਇੱਕ ਬਹੁਤ ਅੱਛਾ ਸਿਨੋਨਿਮ ਆ ਜਿਹੜਾ ਯੂਜ਼ ਕੀਤਾ ਗਿਆ ਆ ਐਡਵਾਂਟੇਜ ਐਂਡ ਡਿਸਐਡਵਾਂਟੇਜਸ ਦੇ ਵਾਸਤੇ। ਸੋ ਦੇਅਰ ਇੱਥੇ ਆਪਾਂ ਕਾਫੀ ਚੀਜ਼ਾਂ ਦੇਖਣੀਆਂ ਆ ਕਿ ਆਪਾਂ ਜਸਟ ਜਦੋਂ ਇੰਟਰੋਡਕਸ਼ਨ ਲਿਖਣੀ ਆ ਤਾਂ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਆ ਕਿ ਆਪਾਂ ਵੈਰਾਈਟੀ ਆਫ ਸੈਂਟੈਂਸਿਸ ਸ਼ੋ ਕਰਨੇ ਆ। ਆਪਾਂ ਇੱਕੋ ਹੀ ਟੈਂਸ ਨੂੰ ਨਹੀਂ ਯੂਜ਼ ਕਰਨਾ ਕਿ ਇਜ਼ ਵਾਲੇ ਜਾਂ ਵਾਜ਼ ਵਾਲੇ ਜਾਂ ਹੈਵ ਵਾਲੇ, ਆਪਾਂ ਇੱਕੋ ਤਰ੍ਹਾਂ ਦੇ ਸੈਂਟੈਂਸਿਸ ਫਾਰਮੇਸ਼ਨ ਨਹੀਂ ਸ਼ੋ ਕਰਨੀ, ਆਪਾਂ ਅਲੱਗ-ਅਲੱਗ ਸੈਂਟੈਂਸਿਸ ਵੈਰਾਈਟੀ ਸ਼ੋ ਕਰਨੀ ਆ ਤਾਂ ਕਿ ਐਗਜ਼ਾਮੀਨਰ ਨੂੰ ਆਪਣੀ ਇੰਟਰੋਡਕਸ਼ਨ ਦੇ ਵਿੱਚ ਹੀ ਪਤਾ ਲੱਗ ਜਾਵੇ ਕਿ ਆਪਾਂ ਨੂੰ ਗ੍ਰਾਮਰ ਦੀ ਨੌਲੇਜ ਜਿਹੜੀ ਆ ਹੈਗੀ ਆ। ਸੋ ਕਦੇ ਵੀ ਕੋਈ ਵੀ ਚਾਹੇ ਆਪਾਂ ਪੈਰਾਗ੍ਰਾਫਸ ਵੀ ਲਿਖ ਰਹੇ ਹਾਂ, ਅੱਗੇ ਬੋਡੀ ਪੈਰਾਗ੍ਰਾਫ 1 ਐਂਡ 2 ਲਿਖਾਂਗੇ, ਉਹਦੇ ਵਿੱਚ ਵੀ ਆਪਾਂ ਇੱਕੋ ਸੈਂਟੈਂਸ ਯੂਜ਼ ਨਹੀਂ ਕਰਨਾ, ਇੱਕੋ ਟੈਂਸ ਨਹੀਂ ਯੂਜ਼ ਕਰਨਾ, ਆਪਾਂ ਵੈਰਾਈਟੀ ਆਫ ਟੈਂਸਿਸ, present, past, future possibilities, everything we have to discuss so that examiner could know that we have variety of sentences and we have the knowledge of grammar। ਇੱਥੇ ਆਪਾਂ ਇੱਕ ਹੋਰ ਐਗਜ਼ਾਮਪਲ ਲਵਾਂਗੇ ਜਿਹੜੀ ਕਿ ਇਹਦੇ ਨਾਲ ਮੈਚ ਕਰਦੀ ਇੰਟਰੋਡਕਸ਼ਨ ਹੈਗੀ ਆ, ਕਿਉਂਕਿ ਆਪਾਂ ਨੂੰ ਕੋਈ ਵੀ ਟੌਪਿਕ ਆ ਜਾਵੇ ਫਿਰ ਆਪਣੇ ਲਈ ਈਜ਼ੀ ਹੋ ਜਾਂਦਾ ਆ ਇੰਟਰੋਡਕਸ਼ਨ ਨੂੰ ਕੰਪੋਜ਼ ਕਰਨਾ, ਕਿਉਂਕਿ ਸਾਰੀਆਂ ਹੀ ਇੰਟਰੋਡਕਸ਼ਨ ਮੋਸਟਲੀ ਇੱਕ ਤਰ੍ਹਾਂ ਦੀਆਂ ਹੁੰਦੀਆਂ ਆ ਜਿਹਦੇ ਵਿੱਚ ਜੇ ਆਪਾਂ ਨੂੰ ਇੱਕ ਟੌਪਿਕ ਦੇ ਰਿਲੇਟਿਡ ਇੰਟਰੋਡਕਸ਼ਨ ਲਿਖਣੀ ਆ ਗਈ, ਆਪਾਂ ਨੂੰ ਬੈਕਗਰਾਊਂਡ ਸਟੇਟਮੈਂਟ ਦੇਣੀ ਆ ਗਈ, ਆਪਾਂ ਨੂੰ ਇਹਦੀ ਰੀਫਰੇਜ਼ਿੰਗ ਕਰਨੀ ਆ ਗਈ ਕੁਐਸਚਨ ਦੀ, ਤੇ ਨਾਲ ਆਪਣਾ ਵਿਊ ਦੇਣਾ ਆ ਗਿਆ। ਇਹ ਤਿੰਨ ਚੀਜ਼ਾਂ ਹੀ ਆ ਜਿਹੜੀਆਂ ਕਿ ਆਪਣੇ ਜਿਹੜਾ ਰਾਈਟਿੰਗ ਟਾਸਕ 2 ਆ ਉਹਨੂੰ ਵਧੀਆ ਬਣਾਉਂਦੀਆਂ ਆ, ਉਹਨੂੰ 7+ ਬੈਂਡ ਤੇ ਲੈ ਕੇ ਜਾਂਦੀਆਂ ਆ। ਸਿੰਪਲ ਆਪਾਂ ਜਿਹੜਾ ਕੋਈ ਵੀ ਪੈਰਾਗ੍ਰਾਫ ਲਿਖਣਾ ਸਟਾਰਟ ਕਰ ਦਿੰਦੇ ਆ ਕਿ ਆਪਾਂ ਨੂੰ ਗ੍ਰਾਮਰ ਆਉਂਦੀ ਆ ਜਾਂ ਕੁਝ ਵੀ, ਆਪਾਂ ਉਹ ਚੀਜ਼ ਦੇ ਨਾਲ ਬੈਂਡ ਨਹੀਂ ਲੈ ਸਕਦੇ, ਆਪਾਂ ਆਪਣੀ ਵੈਰਾਈਟੀ ਆਫ ਸੈਂਟੈਂਸਿਸ ਦੇ ਨਾਲ ਬੈਂਡ ਜਿਹੜੇ ਆ ਲੈ ਸਕਦੇ ਆ। ਸੋ ਦੂਸਰਾ ਜਿਹੜਾ ਟੌਪਿਕ ਹੈਗਾ ਆ ਉਹ ਹੈਗਾ ਮੈਨੀ ਪੀਪਲ ਵਰਕ ਲੌਂਗ ਆਵਰਸ ਲੀਵਿੰਗ ਵੈਰੀ ਲਿਟਲ ਟਾਈਮ ਫॉर ਲੇਜ਼ਰ ਐਕਟੀਵਿਟੀਜ਼, ਡਜ਼ ਦਿਸ ਸਿਚੁਏਸ਼ਨ ਹੈਵ ਮੋਰ ਐਡਵਾਂਟੇਜਸ ਔਰ ਮੋਰ ਡਿਸਐਡਵਾਂਟੇਜਸ। ਉਹ ਕਹਿੰਦੇ ਆ ਕਿ ਕਈ ਲੋਕ ਮੈਨੀ ਪੀਪਲ ਵਰਕ ਲੌਂਗ ਆਵਰਸ, ਬਹੁਤ ਸਾਰੇ ਲੋਕ ਅੱਜ ਕੱਲ੍ਹ ਜਿਹੜੇ ਆ ਜ਼ਿਆਦਾ ਲੰਬਾ ਟਾਈਮ ਕੰਮ ਕਰਦੇ ਆ, ਬਿਜ਼ੀ ਸ਼ਕੈਡਿਊਲਸ ਆ ਉਹਨਾਂ ਦੇ, ਅਤੇ ਉਹਨਾਂ ਲਈ ਜਿਹੜਾ ਆਪਣੀਆਂ ਹੌਬੀਜ਼ ਦੇ ਲਈ ਆ, ਆਪਣੀਆਂ ਲੇਜ਼ਰ ਐਕਟੀਵਿਟੀਜ਼ ਨੂੰ ਪਰਸਿਊ ਕਰਨ ਦੇ ਲਈ ਬਹੁਤ ਹੀ ਘੱਟ ਟਾਈਮ ਬਚਦਾ ਆ। ਡਜ਼ ਦਿਸ ਸਿਚੁਏਸ਼ਨ ਇਹਦੇ ਐਡਵਾਂਟੇਜ ਆ ਜਾਂ ਜ਼ਿਆਦਾ ਇਹਦੇ ਡਿਸਐਡਵਾਂਟੇਜਸ ਆ, ਆਪਾਂ ਇਸ ਚੀਜ਼ ਨੂੰ ਡਿਸਕਸ ਕਰਨਾ, ਕਿਉਂਕਿ ਇਹਦੇ ਵਿੱਚ ਹੁਣ ਆਪਾਂ ਐਡਵਾਂਟੇਜ ਵੀ ਲਿਖਾਂਗੇ ਲੌਂਗਰ ਆਰ ਵਰਕ ਕਰਨ ਦੇ। ਲੌਂਗਰ ਆਰ ਵਰਕ ਕਰਨ ਦੇ ਫਾਇਦੇ ਇਹ ਹੋਊਗੇ ਕਿ ਫਾਈਨੈਂਸ਼ੀਅਲੀ ਜਿਹੜੇ ਲੋਕ ਆ ਸਟਰੋਂਗ ਹੁੰਦੇ ਆ, ਠੀਕ ਆ, ਉਹ ਆਪਣੀਆਂ ਨੈਸੈਸਿਟੀਜ਼ ਨੂੰ ਫੁੱਲਫਿਲ ਕਰ ਸਕਦੇ ਆ। ਤੇ ਇਹਦੇ ਡਿਸਐਡਵਾਂਟੇਜ ਡਰਾਬੈਕ ਇਹ ਆ ਕਿ ਉਹ ਸੋਸ਼ਲ ਲਾਈਫ ਤੋਂ ਕਈ ਵਾਰ ਡਿਸਕਨੈਕਟ ਹੋ ਜਾਂਦੇ ਆ ਜਾਂ ਆਪਣੀਆਂ ਹੌਬੀਜ਼ ਨੂੰ ਪਰਸਿਊ ਨਹੀਂ ਕਰ ਪਾਉਂਦੇ, ਉਹਨਾਂ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਆ ਮਿਸ ਹੋ ਜਾਂਦੀਆਂ ਆ, ਕਈ ਵਾਰ ਉਹਨਾਂ ਦੇ ਫੈਮਿਲੀ ਫੰਕਸ਼ਨਸ ਜਿਹੜੇ ਆ ਮਿਸ ਹੋ ਜਾਂਦੇ, ਇਸ ਤਰ੍ਹਾਂ ਦੀਆਂ ਡਿਸਐਡਵਾਂਟੇਜ ਹੈਗੀਆਂ। ਕਈ ਵਾਰ ਉਹਨਾਂ ਨੂੰ ਹੈਲਥ ਦੇ ਕਈ ਇਸ਼ੂ ਸਟਾਰਟ ਹੋ ਜਾਂਦੇ ਆ ਜ਼ਿਆਦਾ ਲੌਂਗਰ ਕੰਮ ਕਰਨ ਦੇ ਨਾਲ। ਸੋ ਦੋਨਾਂ ਚੀਜ਼ਾਂ ਦੇ ਫਾਇਦੇ ਵੀ ਹੈਗੇ ਆ ਤੇ ਨੁਕਸਾਨ ਵੀ ਹੈਗੇ ਆ, ਜਿਨ੍ਹਾਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਨਾ ਹੈ। ਸੋ ਦ ਇੰਟਰੋਡਕਸ਼ਨ ਹੀਅਰ ਆਈ ਹੈਵ ਰਿਟਨ ਇਜ਼ leisure activities are an imperative part of human life। ਇੰਪੈਰੇਟਿਵ ਪਾਰਟ ਮਤਲਬ ਮੋਸਟ ਇੰਪੋਰਟੈਂਟ ਪਾਰਟ ਆ ਹੌਬੀਜ਼ ਨੂੰ ਪਰਸਿਊ ਕਰਨਾ, ਬਟ ਨਾਓ ਡੇਜ਼ ਦੇ ਸਟਰਾਈਵ ਟੂ ਫੁਲਫਿਲ ਰੂਡੀਮੈਂਟਰੀ ਨੀਡਸ। ਰੂਡੀਮੈਂਟਰੀ ਨੀਡਸ ਮਤਲਬ ਬੇਸਿਕ ਨੀਡਸ, ਇਹ ਬਹੁਤ ਹੀ ਅੱਛਾ ਸਿਨੋਨਿਮ ਆ ਬੇਸਿਕ ਵਾਸਤੇ। ਤੋ ਇੱਦਾਂ ਜਿਹੜੇ ਵੀ ਇੱਦਾਂ ਦੇ ਕੋਈ ਵਰਡਸ ਆਉਂਦੇ ਆ ਉਹਨਾਂ ਨੂੰ ਤੁਸੀਂ ਟੋਟਲੀ ਇੱਕ ਤਰ੍ਹਾਂ ਨਾਲ ਰੱਟ ਲੈਣਾ ਆ। ਜਿੱਦਾਂ ਇੱਥੇ ਬੇਸਿਕ ਵਾਸਤੇ ਰੂਡੀਮੈਂਟਰੀ ਬਹੁਤ ਹੀ ਅੱਛਾ ਸਿਨੋਨਿਮ ਆ, ਜਿੱਥੇ ਵੀ ਤੁਸੀਂ ਬੇਸਿਕ ਨੀਡਸ ਬੇਸਿਕ ਵਰਡ ਯੂਜ਼ ਕਰਨਾ ਉੱਥੇ ਤੁਸੀਂ ਰੂਡੀਮੈਂਟਰੀ ਵਰਡ ਯੂਜ਼ ਕਰ ਸਕਦੇ ਆ, ਤਾਂ ਕਿ ਤੁਹਾਡਾ ਜਿਹੜਾ ਵੋਕੈਬਲਰੀ ਆ ਉਹ ਵੀ ਅੱਛੀ ਹੋ ਜਾਏ ਨਾਲ ਦੀ ਨਾਲ। ਰਾਦਰ ਦੈਨ ਹੈਵਿੰਗ ਇਨਫ ਟਾਈਮ ਫॉर ਇੰਜੋਇਮੈਂਟ, ਉਹ ਆਪਣੀਆਂ ਬੇਸਿਕ ਨੀਡਸ ਨੂੰ ਪੂਰੀਆਂ ਕਰਨ ਵਿੱਚ ਲੱਗੇ ਰਹਿੰਦੇ ਆ ਰਾਦਰ ਦੈਨ ਫॉर ਇੰਜੋਇਮੈਂਟ। ਦਿਸ ਟ੍ਰੈਂਡ ਹੈਜ਼ ਬੋਥ ਮੈਰਿਟਸ ਐਂਡ ਡੀਮੈਰਿਟਸ। ਹੁਣ ਆਪਾਂ ਆਪਣਾ ਪਰਸੈਪਸ਼ਨ ਦੇ ਦਿੱਤਾ ਆ
ਕਿ ਇਹਦੇ ਦੋਨੇ ਚੀਜ਼ਾਂ ਹੈਗੀਆਂ ਆ, ਬੋਥ ਮੈਰਿਟਸ ਵੀ ਹੈਗੇ ਆ, ਡੀਮੈਰਿਟਸ ਵੀ ਹੈਗੇ ਆ, ਐਕਸਪਲੇਨਡ ਇਨ 4th ਪੈਰਾਗ੍ਰਾਫ। ਹੁਣ ਆਪਾਂ ਇੱਥੇ ਨਾਲ ਹੀ ਤਾਂ ਲਿਖ ਨਹੀਂ ਸਕਦੇ ਕਿ ਮੈਰਿਟਸ ਕਿਹੜੇ ਕਿਹੜੇ ਆ, ਡੀਮੈਰਿਟਸ ਕਿਹੜੇ ਆ, ਕਿਉਂਕਿ ਆਪਣੀ ਇੰਟਰੋਡਕਸ਼ਨ ਫਿਰ ਲੰਬੀ ਹੋ ਜਾਏਗੀ। ਆਪਾਂ ਸਿੰਪਲ ਇੱਥੇ ਦੇਤਾ ਐਕਸਪਲੇਨਡ ਇਨ 4th ਪੈਰਾਗ੍ਰਾਫ। 4th ਮਤਲਬ ਜਿਹੜੇ ਅਪਕਮਿੰਗ ਅੱਗੇ ਆਪਾਂ ਪੈਰਾਗ੍ਰਾਫ ਲਿਖਣੇ ਆ, ਆਪਾਂ ਉਹਦੇ ਵਿੱਚ ਇੱਕ ਪੈਰਾਗ੍ਰਾਫ ਮੈਰਿਟ ਦਾ ਦੇ ਰਹੇ ਆ, ਇੱਕ ਡੀਮੈਰਿਟ ਦਾ ਦੇ ਰਹੇ ਆ, ਜਿਸ ਤੋਂ ਐਗਜ਼ਾਮੀਨਰ ਨੂੰ ਕਲੀਅਰ ਹੋ ਜਾਊਗਾ ਕਿ ਅੱਗੇ ਆਪਾਂ ਦੋਨੇ ਚੀਜ਼ਾਂ ਡਿਸਕਸ ਕਰ ਰਹੇ ਆ, ਰਾਈਟ। ਇੱਥੇ ਹੁਣ ਆਪਾਂ ਇੰਟਰੋਡਕਸ਼ਨ ਲਿਖਣੀ ਇਹੀ ਸਿੱਖੀ ਆ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਆਪਾਂ 2 ਜਾਂ 3 ਲਾਈਨਾਂ ਦੇ ਵਿੱਚ ਆਪਣੀ ਇੰਟਰੋਡਕਸ਼ਨ ਨੂੰ ਕਿੱਦਾਂ ਖਤਮ ਕਰਨਾ ਆ। ਬੈਕਗਰਾਉਂਡ ਸਟੇਟਮੈਂਟ, ਦੈਨ ਆਪਾਂ ਰੀਫਰੇਸਿੰਗ ਕਰਨੀ ਆ, ਤੇ ਦੈਨ ਆਪਾਂ ਆਪਣਾ ਵਿਊ ਦੇਣਾ। ਇਹੀ ਚੀਜ਼ ਨੂੰ ਮਾਈਂਡ ਦੇ ਵਿੱਚ ਰੱਖਣਾ ਹੈ ਕਿ ਆਪਾਂ ਇਹ 3 ਚੀਜ਼ਾਂ ਇਨਕਲੂਡ ਕੀਤੀਆਂ ਆ ਜਾਂ ਨਹੀਂ ਕੀਤੀਆਂ। ਜੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਆਪਣੀ ਇੱਕ ਚੀਜ਼ ਮਿਸ ਹੁੰਦੀ ਆ ਤਾਂ ਆਪਣੀ ਇੰਟਰੋਡਕਸ਼ਨ ਜਿਹੜੀ ਆ ਉਹ ਕੰਪਲੀਟ ਨਹੀਂ ਹੈਗੀ। ਇੱਥੇ ਹੁਣ ਜਿੱਦਾਂ ਲੇਜ਼ਰ ਐਕਟੀਵਿਟੀਜ਼ ਆਰ ਐਨ ਇੰਪੈਰੇਟਿਵ ਪਾਰਟ ਆਫ ਹਿਊਮਨ ਲਾਈਫ, ਇੱਥੇ ਆਪਾਂ ਜੇ ਮੰਨ ਲਓ ਆਪਾਂ ਨੂੰ ਸਪੋਰਟਸ ਦਾ ਕੋਈ ਟੌਪਿਕ ਆ ਜਾਂਦਾ ਆ, ਠੀਕ ਆ, ਆਪਾਂ ਸਪੋਰਟਸ ਵਾਸਤੇ ਇਹੀ ਲਾਈਨ ਯੂਜ਼ ਕਰ ਸਕਦੇ ਹਾਂ, ਹੌਬੀਜ਼ ਵਾਸਤੇ ਇਹੀ ਲਾਈਨ ਯੂਜ਼ ਕਰ ਸਕਦੇ ਹਾਂ, ਇੰਟਰਨੈਟ ਵਾਸਤੇ ਇਹੀ ਲਾਈਨ ਯੂਜ਼ ਕਰ ਸਕਦੇ ਹਾਂ। ਸੋ ਆਪਾਂ ਥੋੜ੍ਹਾ ਜਿਹਾ ਆਪਣਾ ਮਾਈਂਡ ਚਲਾਉਣਾ ਆ ਕਿ ਆਪਾਂ ਕਿਵੇਂ ਇੱਕੋ ਚੀਜ਼ ਨੂੰ ਬਹੁਤ ਸਾਰੇ ਟੌਪਿਕਸ ਵਾਸਤੇ ਯੂਜ਼ ਕਰ ਸਕਦੇ ਹਾਂ, ਠੀਕ ਹੈ। ਇੱਥੇ ਆਪਣੀ ਜਨਰਲ ਨੌਲੇਜ ਦਾ ਕੋਈ ਟੈਸਟ ਨਹੀਂ ਹੈਗਾ ਕਿ ਆਪਾਂ ਨੂੰ ਕਿਸੇ ਟੌਪਿਕ ਦੇ ਬਾਰੇ 'ਚ ਕਿੰਨੀ ਨੌਲੇਜ ਆ, ਆਪਣੀ ਇੰਟੈਲੀਜੈਂਸ ਦਾ ਟੈਸਟ ਆ, ਆਪਣੀ ਗ੍ਰਾਮਰ ਸ਼ੋ ਕਰਨ ਦਾ ਟੈਸਟ ਆ, ਠੀਕ ਆ, ਆਪਣੀ ਵੋਕੈਬਲਰੀ ਦਾ ਟੈਸਟ ਆ। ਇੱਥੇ ਆਪਾਂ ਨੂੰ ਕਿਸੇ ਚੀਜ਼ ਦੇ ਬਾਰੇ, ਕਿਸੇ ਕੰਟਰੀ ਦੇ ਬਾਰੇ 'ਚ ਕਿੰਨੀ ਨੌਲੇਜ ਆ, ਇਹਦਾ ਕੋਈ ਵੀ ਟੈਸਟ ਨਹੀਂ ਹੈਗਾ। ਤਾਂ ਆਪਾਂ ਇਸ ਚੀਜ਼ ਨੂੰ ਲੈ ਕੇ ਪੈਨਿਕ ਨਹੀਂ ਹੋਣਾ ਕਿ ਮੈਨੂੰ ਇਸ ਟੌਪਿਕ ਦੇ ਬਾਰੇ 'ਚ ਮੈਂ ਇਸ ਕੰਟਰੀ ਦੀ ਨੌਲੇਜ ਚਾਹੀਦੀ ਹੈ ਜਾਂ ਉਸ ਸਬਜੈਕਟ ਦੀ ਨੌਲੇਜ ਚਾਹੀਦੀ ਆ। ਨੋ, देयर इज़ नो ਨੀਡ ਆਫ ਜਨਰਲ ਨੌਲੇਜ। ਆਪਾਂ ਆਪਣੀ ਵੈਰਾਈਟੀ ਆਫ ਸੈਂਟੈਂਸਿਸ ਦੇ ਨਾਲ ਹੀ ਬਹੁਤ ਅੱਛੇ ਸਕੋਰਸ ਜਿਹੜੇ ਆਪਾਂ ਲੈ ਸਕਦੇ ਹਾਂ। ਸੋ ਦਿਸ ਇਜ਼ ਦਾ ਇੰਟਰੋਡਕਸ਼ਨ ਪਾਰਟ। ਤੁਸੀਂ ਇੰਟਰੋਡਕਸ਼ਨ ਤੇ ਹੀ 2-4 ਦਿਨ ਵਰਕ ਕਰਨਾ ਆ, ਜਿੰਨੇ ਦੇਰ ਤੱਕ ਤੁਹਾਨੂੰ ਬਿਲਕੁਲ ਕੌਨਫੀਡੈਂਸ ਨਹੀਂ ਹੋ ਜਾਂਦਾ ਕਿ ਤੁਸੀਂ ਐਸੇ ਬਹੁਤ ਅੱਛੇ ਤਰੀਕੇ ਨਾਲ ਸਟਾਰਟ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਇਹੀ ਵਰਡ ਰਿਪੀਟ ਕਰੂੰਗੀ ਕਿ ਵੈਰਾਈਟੀ ਆਫ ਸੈਂਟੈਂਸਿਸ। ਹਰ ਇੱਕ ਪੈਰਾਗ੍ਰਾਫ ਦੇ ਵਿੱਚ ਤੁਸੀਂ ਵੈਰਾਈਟੀ ਸ਼ੋ ਕਰਨੀ ਆ, ਪਾਸਟ, ਪ੍ਰੈਜ਼ੈਂਟ, ਫਿਊਚਰ ਐਂਡ ਫਿਊਚਰ ਪੋਸੀਬਿਲਿਟੀ। ਪੋਸੀਬਿਲਿਟੀਜ਼ ਦੇ ਲਈ ਮੇ, ਮਾਈਟ, ਕੈਨ, ਕੁਡ ਇਹ ਵਾਲੇ ਵਰਡ ਯੂਜ਼ ਹੁੰਦੇ ਆ, ਇਹਨਾਂ ਨੂੰ ਮੋਡਾਲਸ ਕਹਿੰਦੇ ਆ, ਜਿਨ੍ਹਾਂ ਲਈ ਆਪਾਂ ਇੱਕ ਵੱਖਰੀ ਤੋਂ ਵੀਡੀਓ ਬਣਾਵਾਂਗੇ। ਮੋਡਾਲਸ ਵਾਲੇ 2 ਤੋਂ 3 ਸੈਂਟੈਂਸ ਜ਼ਰੂਰ ਹੋਣੇ ਚਾਹੀਦੇ ਆ ਆਪਣੀ ਰਾਈਟਿੰਗ ਦੇ ਵਿੱਚ, ਐਂਡ ਕੰਪਲੈਕਸ ਸੈਂਟੈਂਸਿਸ ਜ਼ਰੂਰ ਹੋਣੇ ਚਾਹੀਦੇ ਆ। ਕੰਪਲੈਕਸ ਸੈਂਟੈਂਸਿਸ ਵੀ ਆਪਾਂ ਡਿਸਕਸ ਕਰਾਂਗੇ। ਮਤਲਬ ਕੰਪਲੈਕਸ ਹੁੰਦੇ ਆ ਜਿਹੜੇ 2-3 ਸੈਂਟੈਂਸਿਸ ਨੂੰ ਇਕੱਠਾ ਕਰਕੇ ਕੰਬਾਈਨ ਕਰਕੇ ਆਪਾਂ ਇੱਕ ਲੌਂਗ ਸੈਂਟੈਂਸ ਬਣਾ ਦਿੰਦੇ ਆ, ਠੀਕ ਆ। ਤੇ ਇਸ ਇੰਟਰੋਡਕਸ਼ਨ ਨੂੰ ਤੁਸੀਂ ਰੀਡ ਕਰੋ ਤੇ ਇਹਦੇ ਨਾਲ ਦੇ ਹੋਰ ਟੌਪਿਕ ਲੈ ਕੇ ਤੁਸੀਂ ਆਪਣੀ ਇੰਟਰੋਡਕਸ਼ਨ ਜਿਹੜੀ ਆ ਲਿਖ ਕੇ ਦੇਖੋ ਤੇ ਤੁਹਾਨੂੰ ਬਹੁਤ ਹੀ ਇੰਪਰੂਵਮੈਂਟ ਜਿਹੜੀ ਆ ਫੀਲ ਹੋਊਗੀ। ਥੈਂਕ ਯੂ ਐਂਡ ਹੈਵ ਅ ਗ੍ਰੇਟ ਡੇ ਅਹੈਡ।